ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 290 ਤੋਂ ਲੈ ਕੇ 292 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਅੱਜ ਸੁਖਮਨੀ ਸਾਹਿਬ ਦੀ 21ਵੀਂ ਅਸ਼ਟਪਦੀ ਚੱਲ ਰਹੀ ਹੈ ਸੰਗਤ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ ਵਾਹਿਗੁਰੂ। ਸ਼ਲੋਕ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਆਪ ਹੀ ਸਰਗੁਣ ਸਰੂਪ ਵਿੱਚ ਹੈ, ਆਪ ਹੀ ਨਿਰਗੁਣ ਰੂਪ ਵਿੱਚ ਹੈ। ਆਪ ਹੀ ਨਿਰੰਕਾਰ ਪਰਮਾਤਮਾ ਨੇ ਸੁੰਨ ਸਮਾਧੀ ਲਾਈ ਹੋਈ ਹੈ। ਨਿਰੰਕਾਰ ਜੋ ਆਕਾਰ ਤੋਂ ਰਹਿਤ ਹੈ, ਸਰਗੁਣ ਸਰੂਪ ਜੋ ਮਾਇਆ ਦੇ ਤਿੰਨਾਂ ਰੂਪਾਂ ਵਿੱਚ ਵਿਚਰਦਾ ਹੈ, ਨਿਰਗੁਣ ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਨਿਰਲੇਪ ਹੈ, ਸੁੰਨ ਸਮਾਧੀ ਕੇ ਅਫੁਰ ਅਵਸਥਾ ਦੇ ਵਿੱਚ ਆਪ ਟਿਕਿਆ ਹੋਇਆ ਹੈ। ਕਹਿੰਦੇ ਵੀ ਸਾਰਾ ਕੁਛ ਪਰਮਾਤਮਾ ਆਪ ਹੀ ਆਪ ਹੈ, ਸਰਗੁਣ ਨਿਰੰਕਾਰ ਨਿਰਗੁਣ ਸੁੰਨ ਸਮਾਧੀ 'ਚ ਟਿਕਿਆ ਹੋਇਆ। ਫਿਰ ਕਹਿੰਦੇ ਪਰਮਾਤਮਾ ਨੇ ਆਪ ਹੀ ਇਹ ਜਗਤ ਬਣਾਇਆ ਹੈ ਅਤੇ ਆਪ ਹੀ ਜਗਤ ਦੇ ਵਿੱਚ ਬੈਠ ਕੇ ਆਪ ਦਾ ਨਾਮ ਜਪ ਰਿਹਾ ਹੈ, ਕਿਉਂਕਿ ਸਾਰਿਆਂ ਦੇ ਵਿੱਚ ਵਿਆਪਕ ਹੈ। ਬੜੀ ਅਸਚਰਜ ਖੇਡ ਹੈ ਉਹਦੀ। ਅਸ਼ਟਪਦੀ। ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ। ਜਬ ਤਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਕਹਿੰਦੇ ਜਦੋਂ ਇਸ ਸੰਸਾਰ ਦੇ ਵਿੱਚ ਕਹਿੰਦੇ ਵੀ ਕੁਛ ਅਜੇ ਸੰਸਾਰ ਦਾ ਪਸਾਰਾ ਨਹੀਂ ਸੀ ਪਰਮਾਤਮਾ ਨੇ ਕੀਤਾ, ਅਤੇ ਪਰਮਾਤਮਾ ਆਪਣੇ ਨਿਰਗੁਣ ਸਰੂਪ ਵਿੱਚ ਸੀ। ਫਿਰ ਕਹਿੰਦੇ ਉਸ ਟਾਈਮ ਪਾਪ ਪੁੰਨ, ਫਿਰ ਪਾਪ ਪੁੰਨ ਦੀ ਤਾਂ ਫਿਰ ਗੱਲ ਹੀ ਨਹੀਂ ਸੀ ਕੋਈ। ਜਦ ਪਰਮਾਤਮਾ ਆਪ ਹੀ ਇਕੱਲਾ ਸੀ, ਫਿਰ ਪਾਪ ਪੁੰਨ ਕਿਵੇਂ ਹੁੰਦਾ ਸੀ। ਕਹਿੰਦੇ ਜਦੋਂ ਕਹਿੰਦੇ ਆਪ ਅਫੁਰ ਅਵਸਥਾ ਵਿੱਚ ਸੁੰਨ ਸਮਾਧ ਦੀ ਅਵਸਥਾ ਵਿੱਚ ਟਿਕਿਆ ਹੋਇਆ ਸੀਗਾ, ਤਾਂ ਫਿਰ ਕਹਿੰਦੇ ਕੌਣ ਕਿਸੇ ਨਾਲ ਬੈਰ ਵਿਰੋਧ ਕਰਦਾ ਸੀ। ਜਗਤ ਦਾ ਪਸਾਰਾ ਨਹੀਂ ਸੀ ਉਸ ਟਾਈਮ। ਜਬ ਇਸ ਕਾ ਬਰਨ ਚਿਹਨ ਨਾ ਜਾਪਤ, ਤਬ ਹਰਖ ਸੋਗ ਕਹੋ ਕਿਸੇ ਵਿਆਪਤ। ਜਦੋਂ ਕਹਿੰਦੇ ਪਰਮਾਤਮਾ ਇਕੱਲਾ ਆਪ ਹੀ ਸੀ, ਸੁੰਨ ਸਮਾਧੀ ਅਵਸਥਾ 'ਚ ਟਿਕਿਆ ਹੋਇਆ ਅਤੇ ਸੰਸਾਰ ਦਾ ਪਸਾਰਾ ਨਹੀਂ ਸੀਗਾ, ਤਾਂ ਫਿਰ ਕਹਿੰਦੇ ਉਸ ਸਮੇਂ ਕਹਿੰਦੇ ਕਿਹਨੂੰ ਖੁਸ਼ੀ ਹੁੰਦੀ ਸੀ, ਕਿਹਨੂੰ ਗਮੀ ਹੁੰਦੀ ਸੀ। ਜਬ ਆਪਨ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾ ਕਿਸ ਹੋਵਤ ਭਰਮ। ਉਸ ਸਮੇਂ ਜਦੋਂ ਕਹਿੰਦੇ ਆਪਣੇ ਆਪ 'ਚ ਇਕੱਲਾ ਹੀ ਸੀਗਾ, ਤਾਂ ਕਿਹਨੂੰ ਕਹਿੰਦੇ ਮਾਇਆ ਦਾ ਮੋਹ ਵਿਆਪਿਆ ਹੋਇਆ ਸੀ, ਕੌਣ ਭਰਮ ਵਿੱਚ ਸੀ, ਹੈ ਨਾ। ਕਿਉਂਕਿ ਉਸ ਟਾਈਮ ਜਗਤ ਤਾਂ ਹੈ ਨਹੀਂ ਸੀ, ਇਕੱਲਾ ਪਰਮਾਤਮਾ ਸੀ। ਫਿਰ ਇਹ ਚੀਜ਼ਾਂ ਕਹਿੰਦੇ ਕਿਹਨੂੰ ਵਾਪਰਦੀਆਂ ਸੀ। ਆਪਨ ਖੇਲ ਆਪ ਵਰਤੀਜਾ, ਨਾਨਕ ਕਰਨੈ ਹਾਰ ਨ ਦੂਜਾ। ਨਾਨਕ ਜੀ ਕਹਿੰਦੇ ਨੇ ਇਹ ਪਰਮਾਤਮਾ ਦੀ ਖੇਡ ਆ, ਆਪ ਹੀ ਇਸ ਖੇਡ ਦਾ ਕਹਿੰਦੇ ਵੀ ਦਿਖਾ ਰਿਹਾ ਤਮਾਸ਼ਾ, ਹੈ ਨਾ। ਅਤੇ ਹੋਰ ਕਹਿੰਦੇ ਕਰਨ ਵਾਲਾ ਕੋਈ ਉਹ ਤੋਂ ਬਿਨਾਂ ਦੂਜਾ ਹੈ ਨਹੀਂ ਗਾ। ਜਬ ਹੋਵਤ ਪ੍ਰਭ ਕੇਵਲ ਤਨੀ, ਤਬ ਬੰਧ ਮੁਕਤ ਕਹੋ ਕਿਸ ਕੋ ਗਨੀ। ਜਦੋਂ ਕਹਿੰਦੇ ਆਪ ਹੀ ਸੀ ਅਜੇ ਜਗਤ ਦੇ ਪਸਾਰੇ ਤੋਂ ਪਹਿਲਾਂ, ਤਾਂ ਫਿਰ ਕਹਿੰਦੇ ਕਿਹਨੂੰ ਮਾਇਆ ਦੇ ਵਿੱਚ ਰੁੱਝਿਆ ਹੋਇਆ ਕਹਿ ਸਕਦੇ ਸੀ, ਕਿ ਕਿਹਨੂੰ ਕਹਿ ਸਕਦੇ ਸੀ ਇਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੈਗਾ। ਜਬ ਇਹ ਕਹਿ ਹਰ ਅਗੰਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਕਹਿੰਦੇ ਜਦੋਂ ਉਹ ਪਰਮਾਤਮਾ ਬੇਅੰਤ, ਜਿਹਦੇ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ, ਕਹਿੰਦੇ ਉਹੀ ਸੀਗਾ, ਤਾਂ ਫਿਰ ਉਦੋਂ ਨਰਕ ਸੁਰਗ ਦੇ ਵਿੱਚ ਕੌਣ ਜਾਂਦਾ ਸੀਗਾ। ਜਬ ਨਿਰਗੁਣ ਪ੍ਰਭ ਸਹਿਜ ਸੁਪਾਏ, ਤਬ ਸਿਵ ਸਕਤ ਕਹੋ ਕਿਤ ਠਾਏ। ਅਤੇ ਕਹਿੰਦੇ ਜਦੋਂ ਵੀ ਪਰਮਾਤਮਾ ਹੀ ਸੀ ਆਪਣੀ ਸੁੰਨ ਸਮਾਧ ਦੀ ਅਵਸਥਾ ਦੇ ਵਿੱਚ, ਨਿਰਗੁਣ ਸਰੂਪ ਦੇ ਵਿੱਚ, ਉਦੋਂ ਕਹਿੰਦੇ ਜੀਵ ਆਤਮਾ ਮਾਇਆ ਕਹਿੰਦੇ ਇਹ ਮਤਲਬ ਕਿੱਥੇ ਸੀਗੇ। ਕਹਿੰਦੇ ਉਦੋਂ
जब आपे आप अपनी जोत तरੈ तब कवन निडर कवन कत डਰੈ। ਕਹਿੰਦੇ ਉਸ ਵਕਤ ਫਿਰ ਜਦੋਂ ਕਹਿੰਦੇ ਆਪਣੀ ਜੋਤ ਉਹਦੀ ਆਪਦੇ ਵਿੱਚ ਹੀ ਰੱਖੀ ਹੋਈ ਸੀ, ਉਹਦੇ ਸੰਸਾਰ ਵਿੱਚ ਉਹਨੇ ਜੋਤੀ ਨਹੀਂ ਸੀ ਪਸਾਰੀ ਆਪਣੀ। ਸੰਸਾਰ ਦੇ ਜਦੋਂ ਜੀਵਾਂ ਵਿੱਚ ਉਹ ਪਸਰ ਜਾਂਦੀ ਹੈ ਫਿਰ ਉਹਨੂੰ ਜੋਤੀ ਕਹਿਣ ਲੱਗ ਜਾਂਦੇ ਨੇ, ਜਦੋਂ ਪਰਮਾਤਮਾ ਵਿੱਚ ਹੈ ਫਿਰ ਉਹ ਜੋਤ ਹੈ। ਤੇ ਕਹਿੰਦੇ ਫਿਰ ਉਦੋਂ ਕੌਣ ਨਿਡਰ ਸੀ ਤੇ ਕੌਣ ਡਰ ਵਿੱਚ ਰਹਿੰਦਾ ਸੀ, ਜਦੋਂ ਹੋਰ ਤੇ ਕੋਈ ਹੈ ਹੀ ਨਹੀਂ ਸੀ, ਇਕੱਲਾ ਆਪ ਹੀ ਸੀ। ਆਪਨ ਚਲਿਤ ਆਪ ਕਰਨੈ ਹਾਰ, ਨਾਨਕ ਠਾਕੁਰ ਅਗੰਮ ਅਪਾਰ। ਨਾਨਕ ਜੀ ਕਹਿੰਦੇ ਨੇ ਸਾਡਾ ਸੁਆਮੀ ਬੇਅੰਤ ਹੈ, ਸਾਡੀ ਪਹੁੰਚ ਤੋਂ ਪਰੇ ਹੈ, ਉਹਦੇ ਆਪਣੇ ਚੋਜ ਨੇ ਤੇ ਆਪ ਹੀ ਕਰਨਹਾਰ ਹੈ। ਅਬਿਨਾਸੀ ਸੁਖ ਆਪਨ ਆਸਨ, ਤਹਿ ਜਨਮ ਮਰਨ ਕਹੋ ਕਹਾ ਬਿਨਾਸਨ। ਜਦੋਂ ਕਹਿੰਦੇ ਅਟਲ ਪਰਮਾਤਮਾ ਆਪਣੇ ਆਸਣ 'ਚ ਆਪ ਹੀ ਬੈਠਾ ਸੀ, ਅਜੇ ਜਗਤ ਨਹੀਂ ਸੀ ਬਣਾਇਆ, ਤਾਂ ਫਿਰ ਕਹਿੰਦੇ ਕਿਹਨੂੰ ਜਨਮ ਸੀ, ਕਿਹਨੂੰ ਮਰਨ ਸੀ, ਕਿਹਨੂੰ ਮੌਤ ਆਉਂਦੀ ਸੀ। ਕਹਿੰਦੇ ਇਹ ਸਭ ਕੁਛ ਕਿਹਦੇ ਨਾਲ ਹੋ ਰਿਹਾ ਸੀ। जब पूरन करता प्रभ सोए, तब जम की त्रास कहो किस होए। ਕਹਿੰਦੇ ਜਦੋਂ ਉਹ ਕਰਤਾਰ ਆਪ ਹੀ ਸੀ, ਉਦੋਂ ਕਹਿੰਦੇ ਫਿਰ ਜਮ ਦਾ ਡਰ ਕਹਿੰਦੇ ਕਿਹਨੂੰ ਹੁੰਦਾ ਸੀਗਾ। ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ। ਜਦੋਂ ਕਹਿੰਦੇ ਉਹ ਪਰਮਾਤਮਾ ਜਿਹਦੇ ਤੱਕ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ, ਜੋ ਇੱਕ ਹੈ, ਕਹਿੰਦੇ ਜਦੋਂ ਉਹ ਆਪ ਹੀ ਸੀ ਤਾਂ ਉਦੋਂ ਜਿਹੜੇ ਚਿੱਤਰ ਗੁਪਤ ਨੇ ਕਹਿੰਦੇ ਉਹ ਕਿਹਦਾ ਲੇਖਾ ਪੁੱਛਦੇ ਸੀਗੇ। ਜਬ ਨਾਥ ਨਿਰੰਜਨ ਅਗੋਚਰ ਅਗਾਦੇ, ਤਬ ਕੌਣ ਛੁਟੈ ਕੌਣ ਬੰਧਨ ਬਾਧੇ। ਜਦੋਂ ਕਹਿੰਦੇ ਉਹ ਪਰਮਾਤਮਾ ਆਪ ਹੀ ਸੀ ਅਗਾਧ ਰੂਪ, ਤਾਂ ਕਹਿੰਦੇ ਉਦੋਂ ਕੌਣ ਮਾਇਆ ਦੇ ਬੰਧਨਾਂ 'ਚ ਪਿਆ ਹੋਇਆ ਸੀ ਤਾਂ ਕੌਣ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਸੀ, ਵੀ ਅਜੇ ਜਗਤ ਤਾਂ ਉਸ ਸਮੇਂ ਹੈ ਨਹੀਂ ਸੀ। ਆਪਨ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ। ਕਹਿੰਦੇ ਬੜੇ ਅਸਚਰਜ ਕਹਿੰਦੇ ਸਰੂਪ ਆ ਪਰਮਾਤਮਾ ਦਾ, ਆਪਣੇ ਆਪ ਤੋਂ ਹੀ ਕਹਿੰਦੇ ਆਪ ਨੂੰ ਪੈਦਾ ਕੀਤਾ ਹੈ। ਨਾਨਕ ਜੀ ਕਹਿੰਦੇ ਬੜੇ ਕਹਿੰਦੇ ਅਸਚਰਜ ਕਰਨ ਵਾਲੇ ਕਹਿੰਦੇ ਚੋਜ ਨੇ। ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਤੋਤਾ। ਕਹਿੰਦੇ ਜਦੋਂ ਪਵਿੱਤਰ ਪਰਮਾਤਮਾ ਇਕੱਲਾ ਆਪ ਹੀ ਸੀ, ਕਿਸੇ ਨੂੰ ਮੈਲ ਨਹੀਂ ਸੀ ਲੱਗੀ ਹੁੰਦੀ, ਤਾਂ ਫਿਰ ਕਹਿੰਦੇ ਮੈਲ ਕੌਣ ਕਿਹਦੀ ਧੋਂਦਾ ਸੀ। ਜਹ ਨਿਰੰਜਨ ਨਿਰੰਕਾਰ ਨਿਰਵਾਨ, ਤਹ ਕੌਣ ਕਉ ਮਾਨ ਕੌਣ ਅਭਿਮਾਨ। ਕਹਿੰਦੇ ਜਦੋਂ ਉਹ ਨਿਰੰਜਨ ਨਿਰੰਕਾਰ ਪਰਮਾਤਮਾ, ਜਿਹਨੂੰ ਕਹਿੰਦੇ ਕੋਈ ਤਮਾ ਨਹੀਂ ਗੀ, ਵਾਸ਼ਨਾ ਨਹੀਂ ਹੈ ਕਿਸੇ ਨੂੰ, ਨਿਰਲੇਪ ਆ, ਕਹਿੰਦੇ ਜਦੋਂ ਉਹ ਇਕੱਲਾ ਹੀ ਸੀ ਤਾਂ ਉਦੋਂ ਕਿਹਨੂੰ ਕਹਿੰਦੇ ਮਾਣ ਸਤਿਕਾਰ ਹੁੰਦਾ ਸੀ, ਕਿਹਨੂੰ ਹਉਮੈ ਹੁੰਦੀ ਸੀਗੀ। ਜਹ ਸਰੂਪ ਕੇਵਲ ਜਗਦੀਸ, ਤਹ ਛਲ ਛਿਦਰ ਲਗਤ ਕਹੋ ਕੀਸ। ਜਦੋਂ ਕਹਿੰਦੇ ਉਸ ਸੰਸਾਰ ਦੇ ਜਗਦੀਸ਼ਵਰ ਦਾ ਕਹਿੰਦੇ ਇਕੱਲਾ ਆਪਣਾ ਹੀ ਸਰੂਪ ਸੀ, ਉਦੋਂ ਕਹਿੰਦੇ ਕੌਣ ਕਿਹਦੇ ਨਾਲ ਧੋਖਾ ਕਰਦਾ ਸੀ, ਕੌਣ ਕਿਹਦੇ ਨਾਲ ਠੱਗੀ ਕਰਦਾ ਸੀ, ਕਿ ਕੋਈ ਹੈ ਹੀ ਨਹੀਂ ਸੀ ਹੋਰ। ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹ ਕਿਸੇ ਭੂਖ ਕਵਨ ਤ੍ਰਿਪਤਾਵੈ। ਜਦੋਂ ਕਹਿੰਦੇ ਉਹ ਜੋਤ ਸਰੂਪ ਪਰਮਾਤਮਾ ਆਪ ਹੀ ਸੀ, ਹੋਰ ਕੋਈ ਜੀਵ ਨਹੀਂ ਸੀ, ਤਾਂ ਉਦੋਂ ਕਹਿੰਦੇ ਕਿਹਨੂੰ ਮਾਇਆ ਦੀ ਭੁੱਖ ਲੱਗਦੀ ਸੀ, ਕਿਹਨੂੰ ਮਾਇਆ ਦੀ ਤ੍ਰਿਪਤੀ ਹੁੰਦੀ ਸੀਗੀ। ਕਰਨ ਕਰਾਵਨ ਕਰਨੈ ਹਾਰ, ਨਾਨਕ ਕਰਤੇ ਕਾ ਨਾਹੇ ਸੁਮਾਰ। ਨਾਨਕ ਜੀ ਕਹਿੰਦੇ ਨੇ ਉਹ ਪਰਮਾਤਮਾ ਦੀ ਕਰਨੀ ਦਾ ਕੋਈ ਅੰਤ ਹੀ ਨਹੀਂਗਾ, ਵੀ ਉਹਦੇ ਕੀਤੇ ਕੰਮਾਂ ਦਾ ਕੋਈ ਅੰਤ ਹੀ ਨਹੀਂ ਹੈਗਾ, ਅਸੀਂ ਉਹਦਾ ਅੰਤ ਪਾ ਹੀ ਨਹੀਂ ਸਕਦੇ। जब अपनी शोभा आपन संग बनाई, तब कवन माए बाप मित्र सुत पाई। ਕਹਿੰਦੇ ਜਦੋਂ ਪਰਮਾਤਮਾ ਸਿਰਫ ਆਪ ਹੀ ਆਪ ਸੀ, ਉਹਦੀ ਆਪਣੀ ਸ਼ੋਭਾ ਆਪ ਹੀ ਬਣੀ ਹੋਈ ਸੀ, ਹੋਰ ਕੋਈ ਹੈ ਨਹੀਂ ਸੀ, ਤਾਂ ਉਦੋਂ
ਕੌਣ ਕਿਹਦਾ ਮਾਂ ਬਾਪ ਸੀ, ਕੌਣ ਕਿਹਦਾ ਭੈਣ ਭਰਾ ਸੀ, ਪੁੱਤਰ ਸੀ। ਕਹਿੰਦੇ ਕੋਈ ਹੋਰ ਤਾਂ ਹੈ ਹੀ ਨਹੀਂ ਸੀ, ਹੈ ਤਾਂ ਇਕੱਲਾ ਹੀ ਸੀ ਉਦੋਂ। ਜਹ ਸਰਬ ਕਲਾ ਆਪੈ ਪਰਵੀਨ, ਤਹ ਬੇਦ ਕਤੇਵ ਕਹਾ ਕੋ ਚੀਨ। ਜਦੋਂ ਕਹਿੰਦੇ ਉਹ ਪਰਮਾਤਮਾ ਜਿਹਨੂੰ ਸਾਰਾ ਗਿਆਨ ਆਪ ਨੂੰ ਹੈ, ਤਾਂ ਉਸ ਸਮੇਂ ਕਹਿੰਦੇ ਕੋਈ ਹੋਰ ਹੈ ਨਹੀਂ ਸੀ। ਤਾਂ ਉਦੋਂ ਕਹਿੰਦੇ ਫਿਰ ਇਹ ਜਿਹੜੇ ਵੇਦ ਕਤੇਵ ਨੇ, ਇਹਨਾਂ ਦਾ ਕੌਣ ਪੜ੍ਹਦਾ ਸੀ, ਵੀ ਇਹਨਾਂ ਨੂੰ ਜਾਂ ਪੜ੍ਹਨ ਵਾਲਾ ਕੌਣ ਸੀ ਜਦੋਂ ਇਕੱਲਾ ਆਪ ਹੀ ਸੀ। ਜਬ ਆਪਨ ਆਪ ਆਪ ਉਰ ਤਾਰੈ, ਤੋ ਸਗਨ ਅਪਸਗਨ ਕਹਾ ਵਿਚਾਰੈ। ਜਦੋਂ ਕਹਿੰਦੇ ਪਰਮਾਤਮਾ ਆਪ ਹੀ ਆਪਣੇ ਅੰਦਰ ਬੈਠਾ ਸੀ, ਤਾਂ ਉਸ ਸਮੇਂ ਵੀ ਕੀ ਚੰਗਾ ਕੀ ਮਾੜਾ ਇਹ ਕਿਵੇਂ ਵਿਚਾਰਿਆ ਜਾਂਦਾ ਸੀ, ਕਿ ਹੈ ਹੀ ਇਕੱਲਾ ਸੀ ਆਪ। ਜਹ ਆਪਨ ਊਚ ਆਪਨ ਆਪ ਨੇਰਾ, ਤਹ ਕੌਣ ਠਾਕੁਰ ਕੌਣ ਕਹੀਐ ਚੇਰਾ। ਕਹਿੰਦੇ ਉਸ ਵਕਤ ਆਪ ਹੀ ਸਭ ਤੋਂ ਉੱਚਾ ਸੀ ਤੇ ਆਪ ਹੀ ਆਪਣੇ ਸਭ ਤੋਂ ਨੇੜੇ ਸੀ। ਤਾਂ ਫਿਰ ਉਸ ਸਮੇਂ ਕਿਹਨੂੰ ਸੁਆਮੀ ਕਹਿ ਸਕਦੇ ਸੀ ਤੇ ਕੌਣ ਕਿਹਨੂੰ ਚੇਲਾ ਕਹਿ ਸਕਦੇ ਸੀਗੇ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੋ ਆਪ। ਨਾਨਕ ਜੀ ਕਹਿੰਦੇ ਨੇ, ਪਰਮਾਤਮਾ ਜੀ ਤੁਸੀਂ ਆਪਣੀ ਅਵਸਥਾ ਆਪਣੀ ਗਤ ਆਪ ਹੀ ਜਾਣਦੇ ਹੋ। ਅਸੀਂ ਤਾਂ ਤੁਹਾਡੇ ਚੋਜ ਦੇਖ ਦੇਖ ਕੇ ਵਿਸਮਾਦੋਂ ਵਿਸਮਾਦ ਵਿੱਚ ਜਾ ਰਹੇ ਹਾਂ, ਬੜੇ ਅਚਰਜਮਈ ਹੋ ਰਹੇ ਹਾਂ। ਜਹ ਅਛਲ ਅਛੇਦ ਅਭੇਦ ਸਮਾਇਆ, ਊਹਾ ਕਿਸੈ ਵਿਆਪਤ ਮਾਇਆ। ਜਦੋਂ ਕਹਿੰਦੇ ਉਹ ਪਰਮਾਤਮਾ ਜਿਹਨੂੰ ਕੋਈ ਛਲ ਨਹੀਂ ਸਕਦਾ, ਜਿਹਦਾ ਕੋਈ ਭੇਦ ਨਹੀਂ ਪਾ ਸਕਦਾ, ਜਿਹਦੇ 'ਚ ਕੋਈ ਛਿੱਦਰ ਨਹੀਂ ਕਰ ਸਕਦਾ, ਕਹਿੰਦੇ ਉਹ ਇਕੱਲਾ ਸੀ। ਤਾਂ ਫਿਰ ਉਸ ਸਮੇਂ ਮਾਇਆ ਕਿਹਨੂੰ ਲੱਗਦੀ ਸੀਗੀ, ਮਾਇਆ ਦਾ ਪ੍ਰਭਾਵ ਕਿਹਦੇ 'ਤੇ ਪੈਂਦਾ ਸੀ। ਕਹਿੰਦੇ ਆਪਸ ਕੋ ਆਪੇ ਆਦੇਸ, ਤਿਹ ਗੁਣ ਕਾ ਨਾਹੀ ਪਰਵੇਸ। ਕਹਿੰਦੇ ਉਸ ਸਮੇਂ ਪਰਮਾਤਮਾ ਆਪ ਹੀ ਆਪਣੇ ਨੂੰ ਨਮਸਕਾਰ ਕਰਦਾ ਸੀ ਤੇ ਉਹ ਤਿੰਨਾਂ ਗੁਣਾਂ ਦਾ ਪਰਮਾਤਮਾ ਦੇ ਵਿੱਚ ਵਾਸਾ ਨਹੀਂ ਸੀ। ਉਹ ਤਾਂ ਫਿਰ ਜਗਤ ਨੂੰ ਪਸਾਰ ਕੇ ਫਿਰ 3 ਗੁਣ ਪ੍ਰਵੇਸ਼ ਕੀਤੇ ਨੇ ਜਗਤ ਵਿੱਚ। ਪਹਿਲਾਂ ਤਾਂ ਆਪ ਤਿੰਨਾਂ ਗੁਣਾਂ ਤੋਂ ਨਿਰਲੇਪ ਸੀ। ਜਹ ਏਕੈ ਏਕ ਏਕ ਭਗਵੰਤਾ, ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜਦੋਂ ਕਹਿੰਦੇ ਪਰਮਾਤਮਾ ਆਪ ਇਕੱਲਾ ਹੀ ਸੀ, ਉਦੋਂ ਇਹ ਇਸ ਤਰ੍ਹਾਂ ਕਿਹਨੂੰ ਕਹਿ ਸਕਦੇ ਸੀ ਵੀ ਇਸ ਨੂੰ ਚਿੰਤਾ ਲੱਗੀ ਹੋਈ ਆ, ਵੀ ਇਹ ਚਿੰਤਾ ਰੋਗ ਤੋਂ ਮੁਕਤ ਆ, ਕਿਉਂਕਿ ਹੈ ਹੀ ਪਰਮਾਤਮਾ ਸੀ ਉਦੋਂ ਇਕੱਲਾ। ਜਹ ਆਪਨ ਆਪ ਆਪ ਪਤਿਆਰਾ, ਤੈ ਕੌਣ ਕਥੈ ਕੌਣ ਸੁਣੈ ਹਾਰਾ। ਜਦੋਂ ਕਹਿੰਦੇ ਆਪ ਹੀ ਆਪਣੇ ਤੇ ਭਤੀਜਿਆ ਹੋਇਆ ਸੀ, ਤਾਂ ਉਦੋਂ ਕਹਿੰਦੇ ਕੌਣ ਬੋਲਣ ਵਾਲਾ ਸੀ ਤੇ ਕੌਣ ਸੁਣਨ ਵਾਲਾ ਸੀ, ਕਿਉਂਕਿ ਹੈ ਹੀ ਇਕੱਲਾ ਸੀ। ਬਹੁ ਬੇਅੰਤ ਊਚ ਤੇ ਊਚਾ, ਨਾਨਕ ਆਪਸ ਕੋ ਆਪੇ ਪਹੁੰਚਾ। ਕਹਿੰਦੇ ਉਹ ਪਰਮਾਤਮਾ ਬੇਅੰਤ ਹੈ, ਸਭ ਤੋਂ ਉੱਪਰ ਹੈ, ਸਭ ਤੋਂ ਉੱਚਾ ਹੈ। ਕਹਿੰਦੇ ਆਪਣੇ ਤੱਕ ਕਹਿੰਦੇ ਉਹਦੀ ਆਪਦੀ ਹੋਈ ਪਹੁੰਚ ਹੈ, ਹੋਰ ਕੋਈ ਉਹਦੇ ਤੱਕ ਪਹੁੰਚ ਨਹੀਂ ਸਕਦਾ। ਨਾ ਉਹਦੇ ਕੋਈ ਗੁਣਾਂ ਦਾ ਅੰਦਾਜ਼ਾ ਲਾ ਸਕਦਾ ਹੈ, ਨਾ ਕੋਈ ਉਹਦੇ ਕੌਤਕ ਸਮਝ ਸਕਦਾ ਹੈ। ਜਹ ਆਪ ਰਚਿਓ ਪਰਪੰਚ ਆਕਾਰ, ਤਿਹ ਗੁਣ ਮਹਿ ਕੀਨੋ ਵਿਸਥਾਰ। ਜਦੋਂ ਕਹਿੰਦੇ ਇਸ ਜਗਤ ਦਾ ਪਸਾਰਾ ਕੀਤਾ, ਫਿਰ ਕਹਿੰਦੇ ਤਿੰਨਾਂ ਗੁਣਾਂ ਦਾ, ਜਿਹੜੇ ਮਾਇਆ ਦੇ ਰਜੋ ਤਮੋ ਸਤੋ ਗੁਣ ਨੇ, ਫਿਰ ਕਹਿੰਦੇ ਉਹਨਾਂ ਦਾ ਵੀ ਪਸਾਰਾ ਕਰ ਦਿੱਤਾ। ਪਾਪ ਪੁੰਨ ਤੈ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਛਾਵਤ। ਜਦੋਂ ਕਹਿੰਦੇ ਮਾਇਆ ਦੇ 3 ਗੁਣ ਸ਼ੁਰੂ ਹੋ ਗਏ ਇਸ ਜਗਤ ਦੇ ਵਿੱਚ, ਫਿਰ ਕਹਿੰਦੇ ਪਾਪ ਪੁੰਨ ਦੀ ਗੱਲ ਸ਼ੁਰੂ ਹੋ ਗਈ। ਫਿਰ ਇਹ ਗੱਲਾਂ ਸ਼ੁਰੂ ਹੋ ਗਈਆਂ ਵੀ ਕੌਣ ਨਰਕ ਵਿੱਚ ਜਾ ਰਿਹਾ, ਕੌਣ ਸੁਰਗ ਵਿੱਚ ਜਾ ਰਿਹਾ। ਜਿਸ ਤਰ੍ਹਾਂ ਆਮ ਗੱਲਾਂ ਪ੍ਰਚਲਿਤ ਹੁੰਦੀਆਂ ਨੇ ਨਾ, ਮਤਲਬ ਸ਼ੁਰੂ ਤੋਂ ਚੱਲੀਆਂ ਆ ਰਹੀਆਂ ਨੇ। ਜਿੱਦਾਂ ਆਮ ਜਦੋਂ ਕੋਈ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਿਸਾਬ ਨਾਲ ਜ਼ਿੰਦਗੀ ਦੀ ਅਸਲੀਅਤ ਨੂੰ ਸਮਝਦਾ, ਉਹ ਇੱਕ ਹੋਰ ਗੱਲ ਆ। ਪਰ ਆਮ ਬੋਲੀ ਵਿੱਚ ਦੁਨੀਆ ਇਹੀ ਕਹਿ ਦਿੰਦੀ ਹੈ ਨਾ ਕਿ ਤੂੰ ਚੰਗੇ ਕੰਮ ਕਰਦਾ, ਪੁੰਨ ਕਰਦਾ, ਤੂੰ ਸੁਰਗ ਜਾਏਗਾ, ਤੂੰ ਮਾੜੇ ਕਰਦਾ
ਤਾਂ ਤੂੰ ਨਰਕਾਂ 'ਚ ਜਾਏਗਾ। ਆਮ ਤਾਂ ਇਹੀ ਮਤਲਬ ਗੱਲਾਂ ਪ੍ਰਚਲਿਤ ਨੇ ਨਾ, ਉਹ ਤਾਂ ਵੱਖਰੀ ਗੱਲ ਆ ਕਿ ਜਿਹਨੂੰ ਤੱਤ ਗਿਆਨ ਸਮਝ ਆ ਗਿਆ ਨਾ, ਪਰਮਾਤਮਾ ਦਾ ਜੀਵਨ ਦੀ ਅਸਲੀਅਤ ਸਮਝ ਆ ਗਈ। ਕਹਿੰਦੇ ਫਿਰ ਇਹ ਗੱਲਾਂ ਸ਼ੁਰੂ ਹੋ ਗਈਆਂ ਜਦੋਂ ਤਿੰਨੇ ਮਾਇਆ ਦੇ ਗੁਣਾਂ ਦਾ ਪਸਾਰਾ ਹੋ ਗਿਆ। ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਪੈ ਪਾਰ। ਫਿਰ ਕਹਿੰਦੇ ਮਾਇਆ ਦੇ ਜੰਜਾਲ ਸ਼ੁਰੂ ਹੋ ਗਏ, ਫਿਰ ਹਉਮੈ, ਮਾਇਆ ਦਾ ਮੋਹ, ਸੰਸਾਰਕ ਜੀਵਨ ਬਾਰੇ ਭਰਮ, ਫਿਰ ਇਹ ਸਾਰੀਆਂ ਗੱਲਾਂ ਸ਼ੁਰੂ ਹੋ ਗਈਆਂ ਜਦੋਂ ਤਿੰਨਾਂ ਗੁਣਾਂ ਦਾ ਪਸਾਰਾ ਹੋ ਗਿਆ, ਜਗਤ ਦਾ ਪਸਾਰਾ ਹੋ ਗਿਆ। ਦੁਖ ਸੁਖ ਮਾਨ ਅਪਮਾਨ, ਅਨੇਕ ਪ੍ਰਕਾਰ ਕੀਓ ਬਖਿਆਨ। ਫਿਰ ਕਹਿੰਦੇ ਅਨੇਕਾਂ ਤਰ੍ਹਾਂ ਦੇ ਲੋਕ ਲਿਖਣ ਲੱਗ ਗਏ, ਵਿਆਖਿਆਵਾਂ ਕਰਨ ਲੱਗ ਗਏ, ਕਿਸ ਤਰ੍ਹਾਂ ਜੀਵ ਨੂੰ ਦੁੱਖ ਸੁੱਖ ਮਿਲਦਾ, ਕਿਸ ਤਰ੍ਹਾਂ ਮਾਨ ਅਪਮਾਨ ਹੁੰਦਾ, ਕਿਉਂਕਿ ਫਿਰ ਸਾਰੇ ਪਾਪ ਪੁੰਨ, ਨਰਕ ਸੁਰਗ, ਮਤਲਬ ਫਿਰ ਜਿਹੜੀ ਆਮ ਜੀਵਨ ਦੀ ਜਿਹੜੀ ਹੈਗੀ ਆ ਰੌਂ, ਉਹ ਚੱਲ ਪਈ ਨਾ ਸੰਸਾਰ ਦੇ ਪਸਾਰੇ ਨਾਲ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ। ਕਹਿੰਦੇ ਪਰਮਾਤਮਾ ਦਾ ਖੇਡ ਬਣਾਇਆ ਹੋਇਆ ਜੋ ਜਗਤ ਦਾ ਪਸਾਰਾ, ਇਹ ਕਰਕੇ ਆਪਣਾ ਖੇਡ ਆਪ ਹੀ ਦੇਖ ਰਿਹਾ। ਫਿਰ ਕਹਿੰਦੇ ਜਦੋਂ ਇਸ ਸੰਸਾਰ ਦੇ ਖੇਡ ਨੂੰ ਖਤਮ ਕਰਦਾ, ਫਿਰ ਨਾਨਕ ਜੀ ਕਹਿੰਦੇ ਇਕੱਲਾ ਹੀ ਰਹਿ ਜਾਂਦਾ, ਫਿਰ ਸੁੰਨ ਸਮਾਧ ਦੀ ਅਵਸਥਾ 'ਚ ਟਿਕ ਜਾਂਦਾ। ਜਹ ਅਬਗਤ ਭਗਤ ਤਹ ਆਪ, ਜਹ ਪਸਰੈ ਪਾਸਾਰ ਸੰਤ ਪ੍ਰਤਾਪ। ਜਿੱਥੇ ਕਹਿੰਦੇ ਉਹ ਪਰਮਾਤਮਾ ਹੈ, ਉੱਥੇ ਉਹਦਾ ਭਗਤ ਹੈ, ਜਿੱਥੇ ਭਗਤ ਹੈ ਉੱਥੇ ਪਰਮਾਤਮਾ ਆਪ ਹੈ। ਪਰਮਾਤਮਾ ਨੇ ਜਿਹੜਾ ਇਹ ਪਸਾਰਾ ਕੀਤਾ ਸੰਸਾਰ ਦਾ, ਇਹ ਸੰਤਾਂ ਦੇ ਲਈ ਵੀ ਕੀਤਾ, ਵੀ ਸੰਤ ਇਸ ਜਗਤ ਵਿੱਚ ਆ ਸਕਣ। ਦੁਹੂ ਪਾਖ ਕਾ ਆਪੈ ਤਨੀ, ਉਨਕੀ ਸੋਭਾ ਉਨਹੂ ਬਨੀ। ਕਹਿੰਦੇ ਪਰਮਾਤਮਾ ਦੀ ਵਡਿਆਈ ਪਰਮਾਤਮਾ ਆਪ ਹੀ ਜਾਣਦਾ, ਦੋਨਾਂ ਸਿਰਿਆਂ ਦਾ ਕਹਿੰਦੇ ਆਪ ਸੁਆਮੀਆਂ। ਜਿਹੜੇ ਲੋਕ ਮਾਇਆ ਵਿੱਚ ਗਲਤਾਨ ਨੇ ਉਹਨਾਂ ਦਾ ਵੀ ਮਾਲਕ ਆ, ਜਿਹੜੇ ਉਹਦਾ ਨਾਮ ਜਪਦੇ ਨੇ ਉਹਨਾਂ ਦਾ ਵੀ ਮਾਲਕ ਆਪ ਆ। ਆਪੇ ਕੌਤਕ ਕਰੈ ਆਨੰਦ ਚੋਜ, ਆਪੈ ਰਸ ਭੋਗਨ ਨਿਰਜੋਗ। ਜਿਹੜੇ ਕਹਿੰਦੇ ਸੰਸਾਰ ਵਿੱਚ ਸਾਰੇ ਕੌਤਕ ਵਰਤ ਰਹੇ ਨੇ, ਇਹ ਸਾਰੇ ਕੌਤਕਾਂ ਦੇ ਵਿੱਚ ਆਪ ਹੀ ਆਨੰਦ ਚੋਜ ਕਰ ਰਿਹਾ ਹੈ, ਆਪ ਹੀ ਜੀਵਾਂ ਦੇ ਵਿੱਚ ਬੈਠ ਕੇ ਰਸ, ਨਾਮ ਦਾ ਰਸ ਵੀ ਲੈ ਰਿਹਾ, ਅਤੇ ਬਾਕੀ ਜਿਹੜੇ ਦੂਜੇ ਸੰਸਾਰਕ ਪਦਾਰਥ ਨੇ ਉਹਨਾਂ ਦਾ ਰਸ ਵੀ ਜੀਵਾਂ ਦੇ ਵਿੱਚ ਬੈਠਾ ਭੋਗ ਰਿਹਾ, ਅਤੇ ਆਪ ਹੀ ਇਹਨਾਂ ਰਸਾਂ ਤੋਂ ਨਿਰਲੇਪ ਵੀ ਹੈ। ਸਭ ਕੁਝ ਕਹਿੰਦੇ ਉਹਦੀ ਖੇਡ ਆ, ਪਰ ਬੜੀ ਅਸਚਰਜ ਖੇਡ ਆ। ਜਿਸ ਪਾਵੈ ਤਿਸ ਆਪਨ ਨਾਏ ਲਾਵੈ, ਜਿਸ ਪਾਵੈ ਤਿਸ ਖੇਲ ਖਿਲਾਵੈ। ਜਿਸ ਜੀਵ 'ਤੇ ਕਹਿੰਦੇ ਪ੍ਰਸੰਨ ਹੁੰਦਾ ਤੇ ਉਹਨੂੰ ਆਪਣੇ ਨਾਮ ਦਾ ਦਾਤ ਦੇ ਦਿੰਦਾ, ਅਤੇ ਫਿਰ ਕਹਿੰਦੇ ਜਿਹਨੂੰ ਆਪਣੇ ਜਗਤ ਦੀ ਖੇਡ ਵਿੱਚ ਮਾਇਆ ਦੀ ਵਿੱਚ ਖਿਡਾਉਣਾ ਚਾਹੁੰਦਾ, ਉਹਨੂੰ ਫਿਰ ਕੁਰਾਹੇ ਪਾ ਕੇ ਮਾਇਆ ਵਿੱਚ ਗਲਤਾਨ ਕਰ ਦਿੰਦਾ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਨਾਨਕ ਜੀ ਕਹਿੰਦੇ ਨੇ, ਹੇ ਪਰਮਾਤਮਾ ਜੀ, ਤੇਰੇ ਦਾਸ ਉਸ ਤਰ੍ਹਾਂ ਹੀ ਬੋਲਦੇ ਨੇ ਜਿਵੇਂ ਤੂੰ ਉਹਨਾਂ ਤੋਂ ਬੁਲਾਉਂਦਾ ਹੈ। ਪਰਮਾਤਮਾ ਜੀ, ਤੇਰੇ ਜਿਹੜੇ ਚੋਜ ਨੇ ਉਹ ਬੇਸੁਮਾਰ ਨੇ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਅਥਾਹ, ਤੇਰਾ ਕੋਈ ਥਾਹ ਨਹੀਂ ਪਾ ਸਕਦਾ। ਕਹਿੰਦੇ ਤੇਰੀ ਜਿਹੜੇ ਗੁਣ ਨੇ ਉਹਨਾਂ ਨੂੰ ਤੋਲਿਆ ਨਹੀਂ ਜਾ ਸਕਦਾ, ਤੇਰੀਆਂ ਵਡਿਆਈਆਂ ਗਿਣੀਆਂ ਨਹੀਂ ਜਾ ਸਕਦੀਆਂ। ਸੱਚੇ ਪਾਤਸ਼ਾਹ, ਤੂੰ ਆਪਣੇ ਆਪ ਨੂੰ ਆਪ ਹੀ ਜਾਣਦਾ, ਤੇਰੇ ਤੋਂ ਬਿਨਾਂ ਤੈਨੂੰ ਕੋਈ ਜਾਣ ਨਹੀਂ ਸਕਦਾ। ਅਸੀਂ ਤੇਰੇ ਦਾਸ ਤਾਂ ਉਹੀ ਬੋਲਦੇ ਹਾਂ ਜੋ ਸਾਡੇ ਕੋਲੋਂ ਤੂੰ ਬੁਲਵਾਉਂਦਾ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਜੀ। ਅੱਗੇ ਤੋਂ ਸਮੱਤ ਬਖਸ਼ਣੀ ਜੀ। ਸਤਿਗੁਰੂ ਜੀ, ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ।